ਅੰਮ੍ਰਿਤ ਵੇਲੇ ਤਖਤਾਂ 'ਤੇ ਸੁਭਾਏਮਾਨ ਹੋ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਜੋ ਪਾਵਨ ਉਪਦੇਸ਼ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਅੱਜ ਦਾ ਪਾਵਨ ਫਰਮਾਨ ਸੋਰਠ ਰਾਗਨੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 617 ਤੇ ਆਰੰਭ ਹੁੰਦਾ ਹੈ ਤੇ 618 ਅੰਗ ਤੇ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਕਿਰਪਾ ਕੀਤੀ ਹੈ ਕਿ ਜੇਕਰ ਉਸ ਮਾਲਕ ਨੂੰ ਤੂੰ ਜਪੇਂਗਾ, ਉਸ ਦੇ ਜਪ ਕਰਨ ਦੇ ਨਾਲ ਅੰਦਰ ਸਾਫ਼ ਹੁੰਦਾ ਹੈ, ਮੈਲ ਧੁੱਪ ਜਾਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਹਦੀ ਸ਼ਰਨ ਦੇ ਵਿੱਚ ਆਉਣ ਵਾਲੇ ਨੂੰ ਸੁੱਖ ਪ੍ਰਾਪਤ ਹੁੰਦੇ ਨੇ ਤੇ ਸਭ ਤੋਂ ਵੱਡਾ ਜਿਹੜਾ ਜੀਵਨ ਦਾ ਦੁੱਖ ਹੈ, ਜਨਮ ਮਰਨ ਵਾਲਾ, ਉਹ ਦੁੱਖ ਮੁੱਕ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਕਰਕੇ ਉਸ ਮਾਲਕ ਨੂੰ ਧਿਆਉਣਾ ਕਰ, ਮਾਲਕ ਨੂੰ ਜਪਣਾ ਕਰ, ਜਿੰਦੇ ਜਪ ਕਰਨ ਦੇ ਨਾਲ ਜੀਵਨ ਸੁਖੀ ਤੇ ਜਨਮ ਮਰਨ ਦੇ ਗੇੜ ਜਿਹੜੇ ਨੇ ਉਹ ਖਤਮ ਹੁੰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਨ, ਬਾਣੀ ਦੀ ਵਿਚਾਰ ਗੁਰ ਮਰਿਆਦਾ ਦੇ ਅਨੁਸਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਪ ਕਰਵਾ ਲੈਣ। ਆਪ ਜਿਤਨੀ ਸੰਗਤ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਕੇ ਬੈਠੇ ਹੋ, ਆਓ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਅਦਬ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਸਾਰੇ ਕਰੋ ਜੀ ਕਿਰਪਾ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਸਤਿਗੁਰੂ ਮਹਾਰਾਜ ਸ਼ਬਦ ਵਰਤਿਆ ਹੈ ਪਹਿਲਾਂ ਪਰਮਾਤਮਾ ਦੇ ਵਾਸਤੇ ਕਿ ਉਹ ਅਬਿਨਾਸ਼ੀ ਹੈ। ਅਬਿਨਾਸ਼ੀ ਦੇ ਅਰਥ ਹੁੰਦੇ ਨੇ ਜਿਹੜਾ ਨਾਸ਼ ਤੋਂ ਰਹਿਤ ਹੋਏ, ਨਾਸ਼ ਰਹਿਤ ਅਬਿਨਾਸ਼ੀ। ਸਤਿਗੁਰੂ ਮਹਾਰਾਜ ਕਹਿੰਦੇ ਉਹ ਅਬਿਨਾਸ਼ੀ ਹੈ ਤੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਜਨਮ ਦੀ ਦਾਤ, ਸਵਾਸਾਂ ਦੀ ਦਾਤ, ਔਰ ਜੋ ਜੀਵਨ ਦੇ ਵਿੱਚ ਚਾਹੀਦਾ ਸੀ ਉਹ ਹਰੇਕ ਵਸਤੂ ਉਸਨੇ ਦਾਤਾਂ ਦੇ ਰੂਪ ਦੇ ਵਿੱਚ ਦਿੱਤੀ ਹੈ। ਔਰ ਉਹ ਦਾਤਾ ਇਤਨਾ ਮਹਾਨ ਹੈ ਕਿ ਦਾਤਾਂ ਦੇ ਕੇ ਫਿਰ ਪਛਤਾਉਂਦਾ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦੇ ਨਾ ਪਛਤਾਏ। ਉਹ ਦਿੰਦਾ ਹੈ ਪਰ ਪਛਤਾਉਂਦਾ ਨਹੀਂ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ, ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਜਿਸ ਦਾ ਸਿਮਰਨ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਵਿਕਾਰਾਂ ਦੀ ਜਿਹੜੀ ਮੈਲ ਲੱਗੀ ਸੀ, ਪਾਪਾਂ ਦੀ ਜਿਹੜੀ ਮੈਲ ਲੱਗੀ ਸੀ, ਉਹ ਖਤਮ ਹੋ ਗਈ, ਉਹ ਧੋਤੀ ਗਈ ਹੈ। ਗੁਣ ਨਿਧਾਨ ਭਗਤਨ ਕੋ ਬਰਤਨ, ਮਿਲਾ ਪਾਵੈ ਕੋਈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਇਹ ਗੁਣਾਂ ਦਾ ਖਜ਼ਾਨਾ ਹੈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਗੁਣਾਂ ਦਾ ਖਜ਼ਾਨਾ ਮਿਲਦਾ ਕਿਹਨੂੰ ਹੈ? ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਹਨੂੰ ਮਿਲਦਾ ਹੈ ਜਿਹੜਾ ਭਗਤ ਬਣ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਉਸ ਪਰਮਾਤਮਾ ਦਾ ਨਾਮ ਜਪਣਾ ਕਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ।
सतगुरु महाराज कहते उस मालिक नूं जपना कर जिस मालिक ने तेनों पार उतारा करना है, तेरे जीवन का उद्धार करना है। सतगुरु महाराज जी की असीं बाणी पढ़ते हैं तो सतगुरु महाराज जी की बाणी के विच सिमरन ते बहुत जोर दिता गया। जाप रसना ये असल दे विच ये मनुखा शरीर सतगुरु महाराज कहते इनका मनोरथ कुछ होर है तो असीं कुछ होर समझ के बैठे हाँ। असीं इस शरीर का मनोरथ केवल खाना पीना हसना सौना बस यही समझ के बैठे हुए हैं। पर सतगुरु महाराज कहते ने दो चीज़ां बंदा भुल जाता है, विसर गया है मरना, खसम विसार खुआरी कीनी त्रिग जीवन नहीं रहना। असल दे विच सतगुरु महाराज कहते ये जीवन तो मुक्कण वाला हुंदा है। विद्वान कहते ने असल दे विच ये मनुखा शरीर जिहड़ा है कहते उस स्टेशन के उत्ते खलोता है जिन्हें मौत की गड्डी ते चढ़ना ही है। कोई भी ऐसा नहीं इत्थे कि जिहड़ा उस गड्डी ते ना चढ़िया होवे, हरेक ने चढ़ना है। सो सतगुरु महाराज जी की बाणी दे विच सिमरन ते जोर दिता गया। बाबा कबीर साहब जी के असीं बचन पढ़ते हैं। बाबा कबीर साहब कहते हैं कबीर मेरी सिमरनी रसना उपर राम। हुण उन्होंने बाबा कबीर साहब जी ने बचन कहे कि असल दे विच मेरी जीभ ही मेरी सिमरनी बन गई। सिमरना माला तो चलो वड्डी हो जाती है ना, सिमरना मतलब छोटी माला, हाथ च फड़न वाली माला। सतगुरु महाराज जी की बाणी चो कहते पे ने असल च मेरी जीभ ही सिमरनी बन गई। पर गुरबाणी दे विच जिथे खंडन नहीं किया माला का, सतगुरु महाराज कहते जे तो माला का मनका फड़ के रब की याद आती फिर वो मनका भी धन है। पर जेकर माला तो हाथ विच फेरदा पिया है तो नाल गल्लां किसे नाल करी जाना है, सतगुरु महाराज कहते ने ये माला पा लैनी, ये माला बहुतियां इकट्ठियां कर लैनियां 20 खंड हो जाता। गली जिन्ना जप मालियां लोटे हाथ ने बग, ओए हर के संत ना आखिए बनारस के ठग। सतगुरु महाराज कहते माला 2 हत्थ दे विच पाईयां, 2 सिर दे उत्ते बन लियां, 2 गले च पा लियां। पर सतगुरु महाराज कहते ये तो केवल विखावा करता है। जेकर माला का मनका फड़ के ते मनके दे नाल याद आउंदी वाहिगुरू कहना पिया तो फिर तो माला ठीक। पर जेकर नाम जपी जाना है, मूँह तो बोली जा रहा है तो पर नाल किसी दियां गल्लां सुनदा पिया है, असल दे विच सतगुरु महाराज पातशाह कहते जो तू बोलता पिया है उन्होंने सुनना शुरू कर दे। असी सिमरन करना है ना, तो सिमरन करन दा भाव है कि जो तू बोलता पिया है उन्होंने बोलना कला ना कर, उन्होंने सुनना भी शुरू कर। कई बारी मूँह तो सिमरन करते पे तो कन्ना दे नाल किसी होर दियां गल्लां सुनते पे। सतगुरु महाराज कहते ये भी परवाह नहीं। सतगुरु महाराज कहते हैं कि से संजोग करो मेरे प्यारे, वो संजोग कर। संजोग के अर्थ होंगे ने कि रिश्तेदारियां, साग संबंध, परिवार। सतगुरु महाराज कहते जित रसना हर नाम उचारे, जिंदे करके रसना दे उत्तों रब का नाम निकल जाए। कल बेनती की सी कि अजा मन लोग पापी कह के पुकारिया करते सी, पर देखो उसने अपने पुत्र का नाम नारायण रखिया तो पुत्र का नाम नारायण रखद्या पुत्र नूं नारायण आखद्या ऐसी परमात्मा की कृपा वरती कि वह उस नारायण के नाल जुड़ गया जिहड़ा इस सृष्टि का मालक सी। सतगुरु महाराज कहते से संजोग करो मेरे प्यारे, जित रसना हर नाम उचारे। सतगुरु महाराज कहते वो संजोग कर। देखो सतगुरु कहते जिता परिवार, रिश्ते, साख संबंध, घर बार, पेशा, नौकरी, पौधा कुछ भी है, जेकर इन्हों देख के तो रब भुल जाए तो सतगुरु महाराज कहते ये सारा कुछ ही माया, ये सारा कुछ माया। जित यह माया जित हर विसरे, मोह उपजे भाव दूजा लाया। पर सतगुरु महाराज पातशाह दूसरे पासे आखते आ कि से संजोग करो मेरे प्यारे, जित रसना हर नाम उचारे। वो संजोग कर जिन्हों वेख के ते रब चेते आ जाए। दुकान के उत्ते बैठा तकड़ी फड़ के बैठा है तो तकड़ी फड़िया भी सौदा तोलद्या गुरु गुरु जपदा पिया, वो तकड़ी नहीं वो धर्म हो जाता है। अपने अहदे ते बैठा है, कुर्सी ते बैठा है कोई,
ਤੇ ਕੁਰਸੀ ਤੇ ਬੈਠ ਕੇ ਵੀ ਉਹ ਰੱਬ ਨੂੰ ਯਾਦ ਕਰਦਾ ਹੈ ਕਿ ਨਹੀਂ, ਜਿਸ ਮਾਲਕ ਨੇ ਮੈਨੂੰ ਇਸ ਅਹੁਦੇ ਤੇ ਬਿਠਾਇਆ ਹੈ, ਮੇਰਾ ਫਰਜ਼ ਬਣਦਾ ਹੈ ਕਿ ਮੈਂ ਇਸ ਦੇ ਨਾਲ ਇਨਸਾਫ ਕਰਾਂ, ਮੈਂ ਸੱਚ ਦੀ ਗੱਲ ਇੱਥੇ ਕਰ ਸਕਾਂ। ਸਤਿਗੁਰੂ ਮਹਾਰਾਜ ਕਹਿੰਦੇ ਉਹ ਅਹੁਦਾ ਵੀ ਗੁਰਦੁਆਰਾ ਹੈ। ਉਹ ਕੁਰਸੀ ਅਸਲ 'ਚ ਕੁਰਸੀ ਤੇ ਨਹੀਂ ਤੂੰ ਬੈਠਾ, ਤੂੰ ਸੋਚ ਕੇ ਰੱਬ ਨੇ ਤੈਨੂੰ ਇਹ ਦਾਤ ਦੇ ਕੇ ਇੱਥੇ ਨਿਵਾਜਿਆ ਏ। ਤੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਉਹ ਕੁਰਸੀ ਵੀ ਧਰਮ ਦਾ ਕੰਮ ਕਰੇਗੀ। ਦੁਕਾਨ ਤੇ ਬੈਠਿਆ ਇਕੱਲਾ ਸੌਦਾ ਨਾ ਤੋਲੀ ਜਾ, ਉਹਦੇ ਵਿੱਚ ਸਾਫ਼ ਸਫਾਈ ਰੱਖ, ਧਰਮ ਦੀ ਕਿਰਤ ਕਰਿਆ ਕਰ, ਕਿਸੇ ਨਾਲ ਧੋਖਾ ਨਾ ਕਰੇ। ਸਤਿਗੁਰੂ ਮਹਾਰਾਜ ਕਹਿੰਦੇ ਦੁਕਾਨ ਤੇ ਬੈਠਾ ਹੋਇਆ ਵੀ ਬੰਦਾ ਗੁਰਦੁਆਰੇ 'ਚ ਬੈਠਾ, ਪਰ ਜੇਕਰ ਬੰਦਾ ਗੁਰਦੁਆਰੇ 'ਚ ਵੀ ਬੈਠਾ ਹੋਇਆ ਹਿਸਾਬ ਕਿਤਾਬ ਕਰੀ ਜਾ ਰਿਹਾ ਏ, ਸਤਿਗੁਰੂ ਮਹਾਰਾਜ ਕਹਿੰਦੇ ਤੂੰ ਗੁਰਦੁਆਰੇ ਦੇ ਵਿੱਚ ਨਹੀਂ ਬੈਠਾ, ਤੂੰ ਤੇ ਫਿਰ ਇੱਕ ਕਾਰੋਬਾਰ ਵਪਾਰ ਵਾਲੀ ਥਾਂ ਤੇ ਬੈਠਾ, ਤੂੰ ਤੇ ਸੌਦੇਬਾਜ਼ੀਆਂ ਕਰਦਾ ਪਿਆ ਹੈ, ਮਨ ਦੇ ਵਿੱਚ ਤਾਂ ਹੋਰ ਕੁਝ ਚੱਲਦਾ ਪਿਆ ਹੈ। ਸਤਿਗੁਰੂ ਮਹਾਰਾਜ ਜੀ ਦੀ ਬਾਣੀ 'ਚ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾਮ, ਮੇਰੇ ਰਸਨਾ ਦੇ ਉੱਤੇ ਰਾਮ ਵਸਦਾ ਪਿਆ ਹੈ, ਇਹੀ ਮੇਰੇ ਵਾਸਤੇ ਉਹ ਸਿਮਰਨਾ ਬਣ ਗਿਆ ਹੈ। ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਆਦ ਜੁਗਾਦੀ, ਆਦ ਦਾ ਮਤਲਬ ਕਿ ਜਿਸ ਦਿਨ ਤੋਂ ਧਰਤੀ ਆਰੰਭ ਹੋਈ, ਜਿਸ ਦਿਨ ਤੋਂ ਨਾਮ ਜਪਣ ਵਾਲਿਆਂ ਦੀ ਦੁਨੀਆ ਦਾ ਆਰੰਭ ਹੋਇਆ। ਆਦ ਜੁਗਾਦੀ, ਜੁਗਾਦੀ ਦੇ ਅਰਥ ਨੇ ਯੁੱਗਾਂ ਦੇ ਆਦ ਤੋਂ, ਜਿਸ ਦਿਨ ਤੋਂ ਯੁੱਗ ਸ਼ੁਰੂ ਹੁੰਦੇ ਨੇ। ਯੁੱਗ ਅਸਲ ਦੇ ਵਿੱਚ ਜਿਸ ਦਿਨ ਧਰਤੀ ਬਣੀ ਉਸ ਦਿਨ ਤੋਂ ਸ਼ੁਰੂ ਨਹੀਂ ਹੋਏ, ਕਿਉਂਕਿ ਸਤਿਗੁਰੂ ਮਹਾਰਾਜ ਤੇ ਕਹਿੰਦੇ ਉਸ ਦਿਨ ਤੱਕ ਕੁਝ ਵੀ ਨਹੀਂ ਸੀ, ਨਾ ਸਮਾਂ ਸੀ, ਨਾ ਟਾਈਮ ਸੀ, ਨਾ ਦਿਨ ਸੀ, ਨਾ ਰਾਤ ਸੀ, ਨਾ ਸੂਰਜ ਸੀ, ਨਾ ਚੰਦ ਸੀ, ਨਾ ਤਾਰੇ ਸੀ, ਕੇਵਲ ਧੁੰਦੂਕਾਰਾ ਸੀ। ਅਰਬਦ ਨਰਬਦ ਧੁੰਦੂਕਾਰਾ। ਇਸ ਕਰਕੇ ਦੋਨੋਂ ਸ਼ਬਦ ਗੁਰਬਾਣੀ 'ਚ ਵਰਤੇ ਗਏ, ਆਦ ਤੇ ਜੁਗਾਦ। ਆਦ ਦਾ ਮਤਲਬ ਜਿਸ ਦਿਨ ਤੋਂ ਆਰੰਭਤਾ ਹੋ ਗਈ, ਤੇ ਜੁਗਾਦ ਦਾ ਮਤਲਬ ਕਿ ਜਿਸ ਦਿਨ ਤੋਂ ਯੁੱਗਾਂ ਦਾ ਆਦ ਹੋ ਗਿਆ, ਜਿਸ ਦਿਨ ਤੋਂ ਯੁੱਗ ਸ਼ੁਰੂ ਹੋ ਗਏ। ਸਤਿਗੁਰੂ ਮਹਾਰਾਜ ਜੀ ਦੀ ਬਾਣੀ 'ਚ ਕਹਿੰਦੇ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਜਦੋਂ ਤੋਂ ਭਗਤਾਂ ਨੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਮ ਜਪਣਾ ਸ਼ੁਰੂ ਕੀਤਾ, ਉਸ ਦਿਨ ਤੋਂ ਹੀ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਆ ਕਿ ਇਹ ਭਗਤੀ ਦਾ ਯੁੱਗ ਆਰੰਭ ਹੋ ਗਿਆ। ਕਈ ਵਾਰੀ ਸਾਡੇ ਮਨ 'ਚ ਵੀ ਤਾਂ ਆਉਂਦਾ ਹੈ ਨਾ ਕਿ ਅਸੀਂ ਸਿਮਰਨ ਕਿਵੇਂ ਕਰਨਾ। ਪੁਰਾਣੇ ਭਗਤ, ਪੁਰਾਣੇ ਗੁਰਸਿੱਖ ਸਿਮਰਨ ਕਿਵੇਂ ਕਰਿਆ ਕਰਦੇ ਸੀ। ਗੁਰ ਇਤਿਹਾਸ ਨੂੰ ਪੜ੍ਹ ਕੇ ਦੇਖੋ, ਉਹਨਾਂ ਦੀ ਰਸਨਾ ਦੇ ਉੱਪਰ ਨਾਮ ਹੋਣਾ ਤੇ ਹੱਥਾਂ ਦੇ ਨਾਲ ਉਹਨਾਂ ਨੇ ਕਿਰਤ ਕਰਿਆ ਕਰਨੀ। ਅੱਜ ਵੀ ਤਾਂ ਅਸੀਂ ਉਸੇ ਤਰ੍ਹਾਂ ਕਰ ਸਕਦੇ ਹਾਂ। ਅੱਜ ਦੇਖੋ ਸਤਿਗੁਰੂ ਮਹਾਰਾਜ ਪਾਤਸ਼ਾਹ ਤੇ ਕਹਿੰਦੇ ਆ ਕਿ ਪਹਿਲੋਂ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਆ ਕਿ ਦਰਵਾਜ਼ੇ ਖਿੜਕੀਆਂ ਬੰਦ ਕਦੋਂ ਕਰਨੇ ਤੇ ਖੋਲ੍ਹਣੇ ਕਦੋਂ ਨੇ। ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ। ਹੁਣ ਦੇਖੋ ਵਗਦੀ ਹੋਵੇ ਹਨੇਰੀ ਤੇ ਅਸੀਂ ਬੂਹੇ ਬਾਰੀਆਂ ਖੋਲ੍ਹ ਕੇ ਰੱਖਾਂਗੇ ਤੇ ਗੰਦ ਅੰਦਰ ਆ ਕੇ ਪੈ ਜਾਏਗਾ, ਤੇ ਜਦੋਂ ਧੁੱਪ ਦੀ ਲੋੜ, ਚਾਨਣ ਦੀ ਲੋੜ ਹੋਵੇ ਤੇ ਉਦੋਂ ਬੂਹੇ ਬੰਦ ਕਰ ਲਾਂਗੇ ਤੇ ਹਨੇਰੇ ਵਿੱਚ ਬੈਠੇ ਰਵਾਂਗੇ। ਕਹਿੰਦੇ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਜਦੋਂ ਹਨੇਰੀਆਂ ਚੱਲਣ ਵਿਕਾਰਾਂ ਦੀਆਂ, ਉਦੋਂ ਖਿੜਕੀਆਂ ਦਰਵਾਜ਼ੇ ਬੰਦ ਕਰਕੇ ਰੱਖੇ, ਤੇ ਜਦੋਂ ਪ੍ਰਕਾਸ਼ ਲੈਣਾ ਹੈ ਗੁਰੂ ਦਾ ਤੇ ਉਦੋਂ ਖਿੜਕੀਆਂ ਤੇ ਦਰਵਾਜ਼ੇ ਖੋਲ੍ਹ ਕੇ ਰੱਖੇ। ਪਰ ਹਕੀਕਤ ਅਸਲ ਦੇ ਵਿੱਚ ਇਹ ਆ ਕਿ ਅਸੀਂ ਉਲਟ ਕਰਮ ਕਰਦੇ ਪਏ ਹਾਂ। ਅੱਜ ਅਸੀਂ ਚਲੋ ਮੋਬਾਈਲ ਦਾ ਯੁੱਗ ਹੈ, ਕੰਪਿਊਟਰ ਦੀ ਵਰਤੋਂ ਕਰਦੇ ਹਾਂ। ਦੇਖੋ ਕੰਪਿਊਟਰ ਚਲਾਉਣ ਵਾਲੇ, ਮੋਬਾਈਲ ਚਲਾਉਣ ਵਾਲੇ ਜਦੋਂ ਚੱਲੇ ਨਾ ਤੇ ਬੜਾ ਹੌਲੀ ਹੌਲੀ ਸਲੋ ਉਹਦਾ ਪ੍ਰੋਸੈਸ ਹੋ ਜਾਏ, ਤੇ ਫਿਰ ਕਹਿੰਦੇ ਸਲੋ ਕਿਉਂ ਚੱਲਦਾ ਪਿਆ, ਤੇ ਕਿਸੇ ਕੋਲ ਲੈ ਕੇ ਜਾਓ, ਕਹੇਗਾ ਜੀ ਇਹਦੇ ਵਿੱਚ ਤੁਸੀਂ ਪਾਇਆ ਬਹੁਤ ਕੁਝ ਹੈ। ਅੱਜ ਜਿੰਨੀਆਂ ਫਾਈਲਾਂ, ਜਿੰਨੀਆਂ ਫੋਟੋਆਂ, ਵੀਡੀਓ ਪਾ ਕੇ ਰੱਖੀਆਂ, ਇਹਨਾਂ ਨੂੰ ਪਹਿਲਾਂ ਡਿਲੀਟ ਕਰੋ, ਇਹਨਾਂ ਨੂੰ ਕੱਟੋ, ਫਿਰ ਇਹ ਹੌਲੀ ਹੌਲੀ ਆਪਣੇ ਆਪ ਹੀ ਤੇਜ਼ੀ ਦੇ ਨਾਲ ਚੱਲੇਗਾ, ਹੌਲਾ ਹੋ ਜਾਏਗਾ। ਸਤਿਗੁਰੂ ਮਹਾਰਾਜ ਕਹਿੰਦੇ ਮਨ ਦੇ ਵਿੱਚ ਤਾਂ ਪਾ ਕੇ ਤੂੰ ਬਹੁਤ ਕੁਛ ਰੱਖਿਆ ਏ, ਇਹਨੂੰ ਤਾਂ ਬਿਲਕੁਲ ਤੂੰ ਭਰ ਕੇ ਰੱਖਿਆ, ਇਹਨੂੰ ਡਿਲੀਟ ਕਰਨਾ ਸ਼ੁਰੂ ਕਰ, ਇਹਨੂੰ ਕੱਢਣਾ ਸ਼ੁਰੂ ਕਰ। ਜੇ ਇਹਨੂੰ ਕੱਢੇਗਾ ਤੇ ਤਾਂ ਨਾਮ ਟਿਕੇਗਾ ਨਾ। ਤੂੰ ਨਾਮ ਨੂੰ ਟਿਕਾਉਣਾ ਚਾਹੁੰਦਾ ਤੇ ਟਿਕਾਉਣਾ ਕਿਸ ਜਗ੍ਹਾ ਤੇ, ਉਹ ਜਗ੍ਹਾ ਕਿਹੜੀ ਰੱਖੀ ਜਿੱਥੇ ਟਿਕਾਉਣਾ ਹੈ। ਬਾਹਰ ਨਾ ਲੱਭਦਾ। ਫਿਰ ਭਗਤ ਜੀ ਦਾ ਅਸੀਂ ਸ਼ਬਦ ਪੜ੍ਹਦੇ ਹਾਂ, ਕਤ ਜਾਈਏ ਰੇ ਕਰ ਲਾਗੂ ਰੰਗ। ਇਹ ਤਾਂ ਰੰਗ ਸਤਿਗੁਰੂ ਮਹਾਰਾਜ ਕਹਿੰਦੇ ਕਿਉਂ ਬਾਹਰ ਜਾ ਕੇ ਲੱਭਦਾ ਫਿਰਦਾ ਏ। ਸਤਿਗੁਰੂ ਮਹਾਰਾਜ ਕਹਿੰਦੇ ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ। ਹੁਣ ਕਹਿੰਦੇ ਇਹ ਮਨ ਬਾਹਰ ਨਹੀਂ ਭੱਜਦਾ। ਲੋਕ ਕਹਿੰਦੇ ਨੇ ਬਾਹਰ ਲੱਭੋ, ਬਾਹਰ ਲੱਭੋ। ਉਹ ਕਹਿੰਦੇ ਨੇ ਨਹੀਂ, ਭਗਤ ਜੀ ਕਹਿੰਦੇ ਨੇ ਨਹੀਂ, ਮੇਰਾ ਮਨ ਤਾਂ ਬਾਹਰ ਲੱਭਣ ਵਾਸਤੇ ਜਾਵੇ ਜੇਕਰ ਉਹ ਘਰ ਦੇ ਵਿੱਚ ਨਾ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ, ਉਹ ਕਹਿੰਦੇ ਨੇਮ ਨਾ ਛੱਡੋ ਜੀ ਕਦੇ ਵੀ, ਨੇਮ ਜ਼ਰੂਰ ਨਿਭਾਉਂਦੇ ਰਹੋ। ਕਹਿੰਦੇ ਨੇਮ ਹੀ ਇੱਕ ਦਿਨ ਪ੍ਰੇਮ ਬਣੇਗਾ। ਉਹਨਾਂ ਨੇ ਉਦਾਹਰਨਾਂ ਦਿੱਤੀਆਂ। ਕਹਿੰਦੇ ਦੇਖੋ ਲਾਟ ਜਗਦੀ ਹੈ, ਦੀਵਾ ਜਗਦਾ ਹੈ,
ਤੇ ਦੀਵੇ ਦੇ ਲਾਗੇ ਭਮੱਕੜ ਜਿਹੜਾ ਹੈ ਪਰਵਾਨਾ ਜਿਹਨੂੰ ਆਖਦੇ ਆ, ਉਹ ਕਹਿੰਦੇ ਰੋਜ਼ ਆਉਂਦਾ ਤੇ ਰੋਜ਼ ਲਾਗੋਂ ਉੱਡ ਕੇ ਚਲੇ ਜਾਂਦਾ ਹੈ। ਕਹਿੰਦੇ ਪਰ ਇਸ ਤਰ੍ਹਾਂ ਤਾਂ ਨਹੀਂ ਨਾ ਹੁੰਦਾ ਕਿ ਉਹ ਰੋਜ਼ ਹੀ ਵਾਪਸ ਚਲੇ ਜਾਂਦਾ। ਇੱਕ ਦਿਨ ਐਸਾ ਹੁੰਦਾ ਹੈ, ਰੋਜ਼ ਦਾ ਅਭਿਆਸ ਹੁੰਦਾ ਹੈ, ਉਹ ਇੱਕ ਦਿਨ ਐਸਾ ਲਾਟ ਦੇ ਨਾਲ ਟਕਰਾਉਂਦਾ ਕਿ ਲਾਟ ਦਾ ਰੂਪ ਹੋ ਜਾਂਦਾ ਹੈ, ਆਪਣੇ ਆਪ ਨੂੰ ਖਤਮ ਕਰ ਦਿੰਦਾ, ਕੁਰਬਾਨ ਕਰ ਦਿੰਦਾ। ਹੁਣ ਦੇਖੋ, ਜਿਹੜਾ ਤਾਂ ਰੋਜ਼ ਨੇਮ ਦੇ ਨਾਲ ਬਾਣੀ ਪੜ੍ਹਦਾ ਜੇ, ਰੋਜ਼ ਨੇਮ ਦੇ ਨਾਲ ਗੁਰੂ ਘਰ ਦੇ ਵਿੱਚ ਆਉਂਦਾ ਹੈ, ਰੋਜ਼ ਨੇਮ ਨਾਲ ਸਿਮਰਨ ਕਰਦਾ ਹੈ, ਬਸ ਇੱਕ ਗੱਲ ਯਾਦ ਰੱਖਿਓ, ਸਤਿਗੁਰੂ ਮਹਾਰਾਜ ਕਹਿੰਦੇ ਨੇ ਸਿਮਰਨ ਕਰਦਿਆਂ ਨੇਮ ਨਿਭਾਉਂਦਿਆਂ ਇਹ ਕਦੀ ਨਾ ਕਹੀਂ ਕਿ ਮੈਂ ਕੀਤਾ, ਕਦੀ ਨਾ ਇਹ ਗੱਲ ਆਖੀ ਕਿ ਮੈਂ ਸਿਮਰਨ ਕੀਤਾ, ਮੈਂ ਗੁਰਦੁਆਰੇ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਬਸ ਇਹ ਕਿਹਾ ਕਰ ਕਿ ਸਤਿਗੁਰੂ ਜੇਕਰ ਕੋਈ ਖੇਡ ਵਰਤਣੀ ਹੈ ਤੇ ਤੇਰੇ ਗੁਰ ਪ੍ਰਸਾਦ ਦੇ ਕਰਕੇ ਵਰਤਣੀ ਹੈ, ਤੇਰੀ ਕਿਰਪਾ ਦੇ ਨਾਲ ਵਰਤਣੀ, ਮੇਰੇ ਕਰਮ ਕਰਕੇ ਨਹੀਂ ਵਰਤਣੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਕਿਉਂ ਘਰ ਤੋਂ ਬਾਹਰ ਜਾਏਗਾ, ਜਦ ਕਿ ਸਤਿਗੁਰੂ ਮਹਾਰਾਜ ਕਹਿੰਦੇ ਘਰ ਦੇ ਵਿੱਚ ਹੀ ਸਾਰਾ ਕੁਝ ਮੌਜੂਦ ਹੈ। ਕਹਿੰਦੇ ਪਤੰਗਾ ਕੁਰਬਾਨ ਚਲੇ ਜਾਂਦਾ ਹੈ ਜੀ, ਜਿੱਦਣ ਉਹ ਸੜਦਾ ਹੈ ਨਾ ਉਹ ਤਾਂ ਕਾਲਾ ਹੋ ਜਾਂਦਾ, ਸਵਾਹ ਹੋ ਜਾਂਦਾ, ਰਾਖ ਹੋ ਜਾਂਦਾ ਹੈ, ਪਰ ਅਸਲ ਦੇ ਵਿੱਚ ਜਿਸ ਦਿਨ ਸਿੱਖ ਸ਼ਬਦ ਦੇ ਵਿੱਚ ਸਮਾਉਂਦਾ ਹੈ ਉਹ ਗੁਰੂ ਦਾ ਰੂਪ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਬਾਬਾ ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਨ ਵਾਹਿਗੁਰੂ ਜੀ ਅੱਗੇ ਦਿੱਤੀ। ਉਹ ਕਹਿੰਦੇ ਨੇ ਕਿ ਖੇਤ ਦੇ ਵਿੱਚ ਬੀਜ ਪਾਇਆ ਤੇ ਬੀਜ ਪਾਉਣ ਵਾਲੇ ਨੇ ਜਾਲ ਵੀ ਵਿਛਾ ਦਿੱਤਾ, ਪਰ ਪੰਛੀ ਬੜਾ ਚਲਾਕ ਰੋਜ਼ ਦਾਣੇ ਚੁੱਕ ਕੇ ਆ ਜਾਂਦਾ, ਪਰ ਕਹਿੰਦੇ ਉਹਨੇ ਵੀ ਜਾਲ ਲਾ ਕੇ ਰੱਖਿਆ, ਉਹਨੂੰ ਪਤਾ ਇੱਕ ਦਿਨ ਆਵੇਗਾ ਤੇ ਫਸ ਜ਼ਰੂਰ ਜਾਏਗਾ। ਹੁਣ ਜਿਹੜਾ ਦਾਣੇ ਚੁਗਣ ਵਾਸਤੇ ਆਇਆ ਉਹ ਇੱਕ ਦਿਨ ਐਸਾ ਜਾਲ ਦੇ ਵਿੱਚ ਫਸਿਆ, ਪਰਤ ਕੇ ਵਾਪਸ ਨਹੀਂ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਰੋਜ਼ ਨੇਮ ਦੇ ਨਾਲ ਆਈ। ਸਤਿਗੁਰੂ ਮਹਾਰਾਜ ਰੋਜ਼ ਸ਼ਬਦ ਦਾ ਤੈਨੂੰ ਚੋਗਾ ਪਾਉਂਦੇ ਪਏ ਨੇ, ਰੋਜ਼ ਤੈਨੂੰ ਸ਼ਬਦ ਸੁਣਾਉਂਦੇ ਪਏ ਆ। ਜਿਸ ਦਿਨ ਤੂੰ ਸੁਣ ਲਿਆ ਉਸ ਦਿਨ ਤੇਰੇ ਵਾਸਤੇ ਸਭ ਕੁਝ ਸ਼ਬਦ ਹੋ ਜਾਏਗਾ, ਸਭ ਕੁਝ ਉਸ ਮਾਲਕ ਦਾ ਘਰ ਹੋ ਜਾਏਗਾ, ਹੋਰ ਕੁਝ ਵੀ ਨਹੀਂ ਹੋਵੇਗਾ। ਭੌਰਾ ਕਹਿੰਦੇ ਭੌਰਾ ਰੋਜ਼ ਪਰਿਕਰਮਾ ਕਰਦਾ ਹੈ ਕਮਲ ਦੇ ਫੁੱਲ ਦੀਆਂ, ਪਰ ਜਿਸ ਦਿਨ ਉਹਨੂੰ ਅਨੁਭਵ ਹੋ ਜਾਂਦਾ ਹੈ, ਜਿਸ ਦਿਨ ਉਹਨੂੰ ਸਵਾਦ ਆ ਜਾਂਦਾ ਹੈ ਉਹਦੇ ਰਸ ਦਾ, ਉਹਦੀ ਕੋਮਲਤਾ ਦਾ, ਉਸ ਦਿਨ ਉਹ ਭੌਰ ਨੂੰ ਜਿਹੜਾ ਕਮਲ ਨੂੰ ਛੱਡ ਕੇ ਕਦੀ ਨਹੀਂ ਜੀ ਜਾਂਦਾ, ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਕਿ ਸਿੱਖਾ ਜਿਸ ਦਿਨ ਤੂੰ ਨੇਮ ਨਿਭਾਉਂਦਿਆਂ ਪ੍ਰੇਮ ਕਰੇਗਾ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਉਸ ਦਿਨ ਤੂੰ ਉਹਦੇ ਵਿੱਚ ਸਮਾ ਜਾਏਗਾ। ਗੁਰੂ ਸਾਹਿਬ ਕਹਿੰਦੇ ਨੇ ਰੇ ਮਨ ਰਾਮ ਸਿਉ ਕਰ ਪ੍ਰੀਤ, ਨਾਮ ਦੇ ਨਾਲ ਪ੍ਰੀਤ ਕਰਨਾ ਕਰ, ਪਿਆਰ ਦੇ ਨਾਲ ਨਾਮ ਜਪ। ਹੁਣ ਦੇਖੋ ਕੱਲਾ ਗਿਣਤੀਆਂ ਦੇ ਵਿੱਚ ਜੇਕਰ ਪਵਾਂਗੇ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਗਿਣਤੀ ਕਰਨ ਵਾਲੇ ਸਤਿਗੁਰੂ ਮਹਾਰਾਜ ਕਹਿੰਦੇ ਛੁੱਟ ਨਹੀਂ ਸਕਦੇ, ਕਿਉਂਕਿ ਪਰਮਾਤਮਾ ਨੇ ਤਾਂ ਸਵਾਸ ਅਣਗਿਣਤ ਦਿੱਤੇ ਨੇ, ਦਾਤਾਂ ਅਣਗਿਣਤ ਦਿੱਤੀਆਂ ਨੇ, ਤੇ ਪਾਪ ਵੀ ਅਸੀਂ ਅਣਗਿਣਤ ਕਰਕੇ ਬੈਠਦੇ ਹਾਂ। ਤੇ ਜੇਕਰ ਗਿਣ ਕੇ ਕਹੀਏ ਕਿ ਅੱਜ 5 ਸੁਖਮਨੀ ਸਾਹਿਬ ਕਰ ਲਏ, ਅੱਜ 5 ਮਾਲਾ ਕਰ ਲੀਆਂ, ਸਤਿਗੁਰੂ ਮਹਾਰਾਜ ਕਹਿੰਦੇ ਗਿਣਤੀ ਨਾ ਕਰਿਆ ਕਰ, ਉਸ ਅਣਗਿਣਤ ਤੋਂ ਦਾਤ ਲੈਣੀ ਆ ਤੇ ਅਣਗਿਣਤ ਜਾਪ ਜਪਣਾ ਕਰ, ਹੰਕਾਰ ਕਰਕੇ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇਮ ਕਰਕੇ ਜਪਿਆ ਕਰ। ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ। ਆਪਣੀ ਜੀਭ ਦੇ ਨਾਲ ਪਰਮਾਤਮਾ ਦੇ ਗੁਣ ਗਾ ਤੇ ਕੰਨਾਂ ਦੇ ਨਾਲ ਸੁਣਿਆ ਕਰ। ਸਿਰਫ ਮੂੰਹ ਦੇ ਨਾਲ ਬੋਲਣਾ ਨਹੀਂ, ਤੋਤਾ ਰਟਣ ਨਹੀਂ। ਇਹ ਨਹੀਂ ਕਿ ਮੂੰਹ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪੀ ਜਾਏ ਤੇ ਲਾਗੇ ਕੋਈ ਗੱਲਾਂ ਕਰਦਾ ਹੋਏ ਤੇ ਧਿਆਨ ਉੱਧਰ ਨੂੰ ਹੋਵੇ, ਕੰਨ ਉਸ ਪਾਸੇ ਨੂੰ ਕੀਤੇ ਹੋਣ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹੀਂ, ਜੀਭ ਦੇ ਨਾਲ ਗਾ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੰਨਾਂ ਦੇ ਨਾਲ ਸੁਣਨਾ ਕਰ। ਸਤਿਗੁਰੂ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ, ਹੋਹੇ ਪਤਤ ਪੁਨੀਤ। ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ। ਜਿਹਨੂੰ ਜਪਣ ਦੇ ਨਾਲ ਮੈਲ ਖਤਮ ਹੁੰਦੀ ਹੈ। ਕਰ ਸਾਧ ਸੰਗਤ ਸਿਮਰ ਮਾਧੋ, ਹੋਹੇ ਪਤਤ ਪੁਨੀਤ। ਜੇ ਤਾਂ ਸਿਮਰਨ ਕਰੇਗਾ ਤੇ ਪਤਤ ਤੋਂ ਪੁਨੀਤ ਹੋ ਜਾਏਗਾ, ਪਾਪੀ ਤੋਂ ਸੰਤ ਬਣ ਜਾਏਗਾ। ਤੇ ਜੇਕਰ ਨਹੀਂ ਜਪੇਗਾ ਤੇ ਸਤਿਗੁਰੂ ਕਹਿੰਦੇ ਨੇ ਕਾਲ ਬਿਆਲ ਜੋ ਪਰਿਓ ਡੋਲੇ, ਮੁਖ ਪਸਾਰੇ ਮੀਤ। ਕਹਿੰਦੇ ਕਾਲ ਰੂਪੀ ਮੌਤ ਰੂਪੀ ਸੱਪ ਨਾ ਤੇਰੇ ਵੱਲ ਨੂੰ ਮੂੰਹ ਕਰਕੇ ਖਲੋਤਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਜ ਕਾਲ ਫੁਨ ਤੋਹੇ ਗਰਸ ਹੈ। ਅਜਗਰ ਵਰਗਾ ਸੱਪ, ਤੇ ਕਹਿੰਦੇ ਅਜਗਰ ਸਬੂਤਾ ਨੰਗਾ ਜਾਂਦਾ ਹੈ ਨਾ, ਜਿਵੇਂ ਕਹਿੰਦੇ ਬਸ ਛੱਡਣਾ ਇੰਨੇ ਵੀ ਕੁਝ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਮਨ ਮੇਰੇ ਸਾਚਾ ਸੇਵ, ਰੱਬ ਨੂੰ ਯਾਦ ਕਰ, ਜਪ ਕਰ, ਸਿਮਰਨ ਕਰ। ਜਿਸ ਸਿਮਰਤ ਅਬਨਾਸੀ ਜੀਵਨ ਕੋ ਦਾਤਾ,
सिमरत सब मल खोई, जिन्हों जपन दे नाल मैल खत्म होंदी, जीव पवित्र हुंदा है। सतगुरु महाराज कहते उन्होंने चेते कर मन मेरे साचा सेव। किन्नी देर सतगुरु महाराज जपीए, सतगुरु कहते जिचर सास, जिन्नी देर तक श्वास ने। सतगुरु महाराज कहते उन्नी देर तक जप, बिन सच्चे सब कूड़ है, अंते होए विनाश। रब तो बगैर सतगुरु महाराज कहते सब कुछ कूड़ आ, सब कुछ भरम आ। सतगुरु महाराज कहते माता पिता साक अगले, तिस बिन अवर ना कोई। माँ प्यो साक संबंधी, सतगुरु महाराज पातशाह कहते उनके तो बगैर होर कुछ भी नहीं। सतगुरु महाराज कहते इसका साथ सब तो नेड़े का रिश्ता। सतगुरु महाराज कहते तेरे नाल तेरे शरीर का जी, सब तो नेड़े शरीर, कहते माँ भी उन्नी नेड़े नहीं। गुरु नानक देव महाराज जी की सतगुरु महाराज बारे जन्म साखी दे विच लिखिया कि सतगुरु चुप करके बैठे रहंदे, किसी नाल बोलना नहीं। रंग चेहरे का कई बारी फिक्का दिसना, माँ ने कहना पुत्र रंग क्यों चेहरे का उड्डिया है। देखो जो फल टाणी नूं लग्या हुंदा है ना, अंब का फल वेख लो, कोई देख लो, जो टाणी नूं लग्या हुंदा है, जिस दिन का लग्या उहदे ते इक्को जिहा रंग थोड़ी रहिंदा है, कई वो रंग बदलता है। तो कला रंग नहीं बदलता, अंदर का रस भी बदलता रहिंदा। नाम जपन वाले का भी इस तरह है जी। नाम जपन वाले का बाहरों कई बारी रंग तब्दील होएगा, कई बारी अंदरों रस बनेगा। पर मत सोचो कि अज 6 महीने इन्हां तो पुछया तो 6 महीने किसी होर तो पुछ के जप लिया, इहदा मतलब कि पहला 6 महीने जिहड़ा जपिया उहदे ते भरोसा कोई नहीं सी। एक थां ते बस गुरु कहता है कि एक बारी पुछ ला, गुरु कहता है कि मैं तेनों दसदा है कि वाहिगुरु गुरमंत्र है, जप हौमे कोई जप कर, बस जपदा रहे, तेरा कम जपना है। भाग गुरु ने अपने आप लाने ने, गुर प्रसाद ने लाने ने। गुरु नानक देव महाराज बोलना नहीं। कईयां ने कहा कि इन्हां दे उत्ते कोई कसर है, कोई ओपरा साया, कई कुछ किया। उत्थे कहंदे एक मौलवी आया, एक काजी सतगुरु महाराज जी के घरे बुलाया गया। सतगुरु महाराज जी की नब्ज फड़दा है, सतगुरु महाराज नूं देखदा। सतगुरु महाराज नेत्र बंद ने, लेटे हुए ने। गुरु नानक देव महाराज जन्म साखी के अनुसार उन्हें सतगुरु महाराज नूं हार के कहंदा या नानक खुदा दे वास्ते कुछ तां बोल। जो सतगुरु महाराज नूं कहा तो सतगुरु महाराज कहन लगे, कहंदे असल दे विच कहंदे मैं बोलां कि दुनिया मुकामे फानी, तहकीक दिलदानी। कहंदे आ दुनिया ते मुकाम फानी होने वाला है। तो कहंदे मैं बोलां कि मैनूं तो इत्थे कोई दिसदा नहीं अपना पिया। काजी ने क्या कहन लगा, सतगुरु महाराज ने कहंदा नानक आ देख तेरी माँ तेरी भैन तेरा पिता तेरे लागे खलोता है। सतगुरु महाराज पातशाह कहंदे इन्हां नूं पुछ के देख, जदों मैं असल दे विच डिगांगा कि ये मैनूं बांह फड़ के उठाउणगे। एक विद्वान कहंदा जेड़े तां उदां सरीरक तौर ते डिगदे उन्हां नूं ते बांह फड़ के उठा लैंदे आ। कहंदे जिस दिन मौत डिगदी वो बांहां तो फड़ के नहीं उठाए जांदे, वो तां केवल मोढियां ते चुके जांदे ने। सतगुरु महाराज पातशाह कहते हैं जन पिसर पदर बिरादरा कसनेस दस्तंगीर आखर व्यफ्तम कस ना दाद चों शब्द तकबीर। कहते आखिर जिस वेले मैं डिगांगा तो कहते इन्हां तो दसो कौन मेरी बांह फड़ेगा, कौन मैनूं चुकेगा। सतगुरु महाराज कहते इन्हां दे विच हकीकत यह आ कि कोई भी इन्हां दे विच अपना नहीं हुंदा। सतगुरु महाराज पातशाह कहते जेकर कोई अपना है जिन्हें नाल चले जाना। कदी माँ ने क्या बांह फड़ के जरूर कहेगी कि मेरा पुत्र, पर सतगुरु महाराज कहते जिस दिन इस संसार में छड्ड के तुरेगा उन्हें आत्मा नूं नहीं फड़ के रोक लेना कि तू चलिया कित्थे। सतगुरु महाराज कहते उत्थे केवल नाम जा सकता है। तो सतगुरु महाराज कहते नाम उस अविनाशी का जप, अविनाशी जीवन को दाता, जिस सिमरत सब मल खोई, जिस नूं याद करन दे नाल, जिस नूं सिमरन करन दे नाल सिमरत सब मल खोई। मैल पाप खत्म हो गए, गुण निधान भगतन को बरतन। सतगुरु महाराज कहते भगतां दी वरतन दी समगरी है वैगुरू दा नाम, गुना का वो खजाना है। तो सतगुरु महाराज कहते भगत उसनूं वरतदे ने, बिरला पावे कोई हरेक नहीं पाउंदा। सतगुरु महाराज कहते उन्होंने मिलता है जिहड़ा गुरु के कहे ते चलता है, जिहड़ा नेम किया, जिन्हें प्यार किया। सतगुरु महाराज कहते आ कि गुण निधान भगतन को बरतन बिरला पावे कोई,
मेरे मन जप गुर गोपाल प्रभ सोई। उस नूं जपना कर जिन्हें सारी सृष्टि नूं आधार दिता है। जां की शरण पया सुख पाइए बाहुड़। हुण बहुड़ नहीं नूं कहना जी, बब्बे नूं कन्ना लग्या होया है। सतगुर महाराज कहते जिंदी शरण दे विच पैन दे नाल सुख प्राप्त हुंदे ने। जां की शरण पया सुख पाइए ते बाहुड़ बार बार सतगुर महाराज कहते दुख ना होई ते बाहुड़ दुख ना होई दे अर्थ ने कि बार बार जम्मेगा मरेगा नहीं। सतगुर महाराज कहते फिर तेनों वो मोड़े नहीं पैणगे, फिर तू इस तो रहत हो जाएगा रहाओ। विश्राम दे के सतगुर महाराज कहते वड भागी साध संग प्राप्त। वो कहते उन्होंने भाग चंगे ने जिहड़े उठ के सतगुर की हजूरी विच आके बैठते आ। ये बिना भागां तो सतगुर महाराज कहते संगत मिल ही नहीं सकती। सतगुर महाराज कहते वड भागी हन जिहड़े संगत प्राप्त करते हैं। सतगुर कहते वड भागी साध संग प्राप्त तिन भेटत दुरमत खोई। ते सतगुर कहते जेकर वो नाम जपन वालियां दी संगत मिल जे, उन्हां दे दर्शन हो जान, तो सतगुर कहते ने भैड़ी मत भी दूर हो जाती। दुरमत भैड़ी मत कहते भैड़ी मत चले जाती है। तिन की धूर नानक दास बांछै, मैं उन्हां दी धूड़ मंगदा है। गुरु अर्जन देव महाराज कहते जिहड़े नाम जपते हैं, अरदास करते हैं ना जी असीं, ते अरदास शब्द जिहड़े मर्जी वरतो, अखीर ते असीं ये जरूर कहने आ कि सतगुरु महाराज सही प्यारे मेल जिन्ना मिलिया। असीं ये तो नहीं कहते जिंदे मिलन दे नाल तू भुल जे, असीं कहते जिन्ना मिलिया तेरा नाम चित आवे तेनू ओ मैं सानू मिलावी जिन्हां नूं वेख के ते तेरी याद आ जाए। सतगुरु कहते तिन की धूर नानक दास बंश, मैं उन्हां दी चरण धूड़ मंगदा है जिहड़े तेनू याद करते ने। जिन हर नाम हृदय परोई, जिन्हां ने अपने मन दे अंदर तेरे नाम नूं परो के रखिया है। मन सतगुर महाराज कहते असल दे विच मन एक धागे वांग है, ते सतगुर कहते ज्यों ज्यों उहदे ते नाम जपेगा, जिवें माला नहीं परो के रखी दी, जिवें हार बना के रखीदा है। सतगुर महाराज कहते ये हार बना के रख, जिस दिन मालक नूं मिलेगा तो उस दिन सवासां दी माला दे उत्ते जपिया होया नाम सतगुर कहते वो हार बनेगा, तो उस मालक के चरनां च भेंट कर दे। सतगुर महाराज बख्शिश रहमत करन कि असी नाम जप सकीए। नाम जपन दे नाल सतगुर कहते कारज रास होणगे, जीवन सुखी हो जाएगा, जन्म मरण का गेड़ मुकदा है, पापी पुन्नी बन जाता है, अपराधी संत हो सकता है। सतगुर महाराज जी की बाणी चो असीं पढ़ते हैं जी पौड़ी सुखमनी साहिब के अंदर, उनके तो सतगुर महाराज इत्थे कहते खेम शांत रिद्ध नव निध। उनके तो सतगुर महाराज ने जिन्नियां बरकतां गिनाइयां ने, सतगुर महाराज कहते केवल नाम नूं जपना शुरू कर, कहते बस दो काम कर, जप लिया कर ते सुन लिया कर, और जिन्ना कुछ मैं तेनों कहा ये सारा कुछ दोवां दे बदले दे दूँगा। सतगुर महाराज बख्शिश रहमत करन जी, नाम जप के जीवन सफला हो जाए। बोलदियां होइयां बेअंत भुलां दी खिमा, बुलाओ फतेह आखो जी। वाहिगुरू जी का खालसा वाहिगुरू।